ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਪਿਆਰੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਨਾਲ ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਅੱਜ ਦਾ ਇਹ ਪਾਵਨ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਬਖਸ਼ਿਆ। ਸਤਿਗੁਰੂ ਸਮਝਾਉਂਦੇ ਨੇ ਕਿ ਗੁਰੂ ਨੇ ਕਿਰਪਾ ਕਰਕੇ ਆਪਣੇ ਸਿੱਖ ਨੂੰ ਹੱਥ ਦੇ ਕੇ ਆਪ ਰੱਖ ਲਿਆ। ਗੁਰਸਿੱਖ ਰਾਖੇ ਗੁਰ ਗੋਪਾਲ। ਗੁਰੂ ਗੋਪਾਲ ਨੇ ਪਰਮੇਸ਼ਰ ਦੇ ਰੂਪ ਸਤਿਗੁਰੂ ਨੇ ਆਪਣੇ ਗੁਰਸਿੱਖ ਨੂੰ ਆਪ ਬਚਾ ਲਿਆ, ਸਭ ਵਿਘਨਾਂ ਤੋਂ, ਸਭ ਦੁੱਖਾਂ ਤੋਂ, ਸਭ ਕਲੇਸ਼ਾਂ ਤੋਂ। ਕਾੜ ਲਿਏ ਮਹਾਭਵ ਜਲ ਤੇ, ਜਿਹੜਾ ਇਹ ਮਹਾਭਵ ਸਾਗਰ ਹੈ, ਜਿਹਦੀ ਘੁੰਮਣ ਘੇਰੀ ਵਿੱਚੋਂ ਨਿਕਲਣਾ ਬੜਾ ਔਖਾ ਹੈ। ਇਸ ਭਵ ਸਾਗਰ ਵਿੱਚੋਂ ਆਪਣੀ ਨਜ਼ਰ ਨਿਹਾਲ, ਆਪਣੀ ਨਜ਼ਰ ਰਾਹੀਂ ਆਪਣੇ ਸੇਵਕ ਨੂੰ ਨਿਹਾਲ ਕਰਕੇ ਬਚਾ ਲਿਆ। ਗੁਰੂ ਆਪਣੇ ਸਿੱਖਾਂ ਨੂੰ ਰੱਖ ਹੀ ਲੈਂਦਾ। ਇਸ ਲਈ ਪਹਿਲਾਂ ਇਸ ਗੱਲ ਨੂੰ ਜਾਣ ਲੈਣਾ ਕਿ ਸੇਵਕ ਹੋਣਾ। ਗੁਰੂ ਤਾਂ ਸਾਡਾ ਸਹਾਈ ਹੋਣ ਵਾਸਤੇ ਉਹ ਖੜੋਤਾ ਹੀ ਹੈ, ਪਰ ਗੁਰੂ ਸਾਡਾ ਸਹਾਈ ਤਦੋਂ ਹੁੰਦਾ ਹੈ ਜਦੋਂ ਅਸੀਂ ਉਹਦੇ ਆਸਰੇ ਛੱਡ ਦਿੰਦੇ ਹਾਂ, ਜਦੋਂ ਅਸੀਂ ਪੂਰੀ ਤਰ੍ਹਾਂ ਉਸ ਨੂੰ ਸਮਰਪਿਤ ਹੋ ਜਾਂਦੇ ਹਾਂ ਕਿ ਤੂੰ ਬਚਾਏਂਗਾ ਤਾਂ ਵੀ ਤੇਰੀ ਮਰਜ਼ੀ, ਤੂੰ ਮਾਰ ਦੇਂਗਾ ਤਾਂ ਵੀ ਤੇਰੀ ਮਰਜ਼ੀ, ਸਾਡੀ ਕੋਈ ਮਰਜ਼ੀ ਨਹੀਂ। ਤੂੰ ਸੁੱਖ ਵਿੱਚ ਰੱਖੇਂਗਾ, ਅਸੀਂ ਇਹਦੇ ਵਿੱਚ ਵੀ ਸੁਖੀ ਹਾਂ। ਤੂੰ ਦੁੱਖ ਵਿੱਚ ਰੱਖੇਂਗਾ, ਅਸੀਂ ਇਹਦੇ ਵਿੱਚ ਵੀ ਸੁਖੀ ਹਾਂ। ਜਦੋਂ ਇਸ ਢੰਗ ਨਾਲ ਅਸੀਂ ਸਮਰਪਿਤ ਹੋ ਜਾਂਦੇ ਹਾਂ, ਜਦੋਂ ਆਪਣੇ ਆਪ ਦਾ ਆਤਮ ਸਮਰਪਣ ਕਰ ਦਿੰਦੇ ਹਾਂ ਕਿ ਹੁਣ ਮੈਂ ਕੁਝ ਕਰਨਾ ਹੀ ਨਹੀਂ, ਹੁਣ ਮੇਰੀ ਕੋਈ ਮਰਜ਼ੀ ਨਹੀਂ ਰਹੀ, ਤੂੰ ਮੇਰੇ ਕੋਲੋਂ ਜੋ ਕਰਾਉਣਾ ਚਾਹੇਂਗਾ ਮੈਂ ਉਹ ਕਰਨ ਲਈ ਤਿਆਰ, ਤੂੰ ਮੈਨੂੰ ਜਿੱਥੇ ਰੱਖਣਾ ਚਾਹੇਂਗਾ ਮੈਂ ਉੱਥੇ ਰਹਿਣ ਲਈ ਤਿਆਰ, ਤੂੰ ਜੋ ਦੇਵੇਂਗਾ ਮੈਂ ਉਹ ਪ੍ਰਵਾਨ ਕਰ ਲਵਾਂਗਾ, ਤੂੰ ਨਹੀਂ ਦੇਵੇਂਗਾ ਤਾਂ ਮੈਂ ਉਲਾਮਾ ਨਹੀਂ ਦੇਵਾਂਗਾ ਤੇ ਮੈਂ ਮੰਗਾਂਗਾ ਨਹੀਂ ਕਿ ਤੂੰ ਮੈਨੂੰ ਕੁਝ ਦੇ ਨਹੀਂ ਰਿਹਾ, ਮੈਂ ਨਹੀਂ ਕਹਾਂਗਾ। ਇਸ ਲਈ ਮੈਂ ਤੇਰੀ ਹਰ ਗੱਲ ਨਾਲ ਰਾਜ਼ੀ, ਮੈਂ ਹਰ ਚੀਜ਼ ਨਾਲ ਸਹਿਮਤ ਕਿ ਠੀਕ ਹੈ, ਜਿਵੇਂ ਤੂੰ ਚਾਹੇ ਉਵੇਂ। ਪ੍ਰੇਮ ਐਸਾ ਹੈ, ਪ੍ਰੇਮ ਸਮਰਪਣ ਹੈ। ਪ੍ਰੇਮ ਆਪਣੇ ਪਿਆਰ ਕਰਨ ਵਾਲੇ ਦੇ ਉੱਤੇ, ਜਿਹਨੂੰ ਅਸੀਂ ਪਿਆਰ ਕਰਦੇ ਹਾਂ ਉਹਦੇ ਤੇ ਛੱਡ ਦਿੰਦੇ ਹਾਂ ਕਿ ਤੂੰ ਜੈਸਾ ਚਾਹੇ ਮੈਂ ਵੈਸਾ, ਤੂੰ ਜੋ ਕਹੇ ਮੈਂ ਉਹ ਮੰਨ ਲਵਾਂ। ਖਿਆਲ ਰੱਖਣਾ, ਪ੍ਰੇਮ ਖੁਸ਼ਾਮਦ ਨਹੀਂ ਹੈ, ਖੁਸ਼ਾਮਦ ਨਹੀਂ। ਖੁਸ਼ਾਮਦ ਹੋਰ ਚੀਜ਼ ਹੈ, ਖੁਸ਼ਾਮਦ ਹੋਰ ਹੈ। ਜਿਵੇਂ ਖੁਸ਼ਾਮਦ ਦਾ ਮਤਲਬ ਹੁੰਦਾ ਹੈ ਕਿ ਰਾਜੇ ਨੇ ਕਹਿ ਦਿੱਤਾ ਕਿ ਅੱਜ ਬਹੁਤ ਰਾਤ ਹੈ, ਤਾਂ ਰਾਜੇ ਦੀ ਗੱਲ ਸੁਣ ਕੇ ਮੰਤਰੀਆਂ ਨੇ ਕਿਹਾ ਜੀ ਹਾਂ ਰਾਤ ਹੈ।
ਮੰਤਰੀਆਂ ਦੀ ਗੱਲ ਸੁਣ ਕੇ ਜਿਹੜੇ ਛੋਟੇ ਮੋਟੇ ਅਹਿਲਕਾਰ ਸਨ ਉਹਨਾਂ ਨੇ ਵੀ ਕਿਹਾ ਜੀ ਹਾਂ ਬਹੁਤ ਗਹਿਰੀ ਰਾਤ ਹੈ, ਕਾਲੀ ਹਨੇਰੀ। ਉਹਨਾਂ ਅਹਿਲਕਾਰਾਂ ਦੀ ਗੱਲ ਸੁਣ ਕੇ ਛੋਟੇ ਮੋਟੇ ਜਿਹੜੇ ਸਿਪਾਹੀ ਸਨ, ਕੋਈ ਮਾੜੀਆਂ ਮੋਟੀਆਂ ਪੋਸਟਾਂ ਤੇ ਕੰਮ ਕਰਨ ਵਾਲੇ, ਉਹ ਵੀ ਕਹਿੰਦੇ ਜੀ ਬੜੀ ਰਾਤ ਹੈ, ਬੜਾ ਹਨੇਰਾ ਹੈ। ਤੇ ਜਦੋਂ ਬਾਹਰ ਦੇਖਿਆ ਤਾਂ ਸੂਰਜ ਐ ਸਿਰ ਦੇ ਉੱਤੇ ਖੜੋਤਾ ਹੈ। ਇਹਨੂੰ ਕਹਿੰਦੇ ਨੇ ਖੁਸ਼ਾਮਦ, ਝੂਠੀ ਖੁਸ਼ਾਮਦ, ਕਿ ਜੋ ਉਸਨੇ ਕਹਿ ਦਿੱਤਾ ਜੀ ਉਹ ਠੀਕ ਹੈ। ਪਰ ਇੱਥੇ ਪ੍ਰੇਮ ਵਿੱਚ, ਧਰਮ ਵਿੱਚ ਇੱਥੇ ਖੁਸ਼ਾਮਦ ਨਹੀਂ ਹੈ। ਇੱਥੇ ਉਹਦੀ ਰਜ਼ਾ ਵਿੱਚ ਰਹਿਣਾ ਹੈ। ਇਹ ਤਾਂ ਉਹਦੇ ਪ੍ਰੇਮ ਵਿੱਚ ਹੈ ਕਿ ਪ੍ਰੇਮੀ ਨੇ ਜੋ ਕਿਹਾ ਬਸ, ਉਹਦੇ ਵਿੱਚ ਕੁਝ ਚਾਹੀਦਾ ਨਹੀਂ। ਖੁਸ਼ਾਮਦ ਕਰਨ ਵਾਲਾ ਬੰਦਾ ਕੁਝ ਚਾਹੁੰਦਾ ਕਿ ਮੈਂ ਵੱਡੇ ਅਫਸਰ ਦੀ ਖੁਸ਼ਾਮਦ ਕਰਾਂ, ਉਹ ਮੇਰਾ ਕੰਮ ਕਰ ਦੇਗਾ, ਉਹ ਮੇਰੀ ਪ੍ਰਮੋਸ਼ਨ ਕਰਾ ਦੇਗਾ। ਉਹਦੇ ਵਿੱਚ ਕੁਝ ਮਤਲਬ ਹੈ, ਉਹਦੇ ਵਿੱਚ ਕੁਝ ਸਵਾਰਥ ਹੈ। ਪਰ ਇੱਥੇ ਪ੍ਰੇਮੀ ਦਾ ਵਾਹਿਗੁਰੂ ਦੇ ਸੰਬੰਧ ਵਿੱਚ ਉਹਦੀ ਸੇਵਾ ਕਰਨਾ, ਉਹਦੇ ਹੁਕਮ ਵਿੱਚ ਰਹਿਣਾ, ਉਹਦੀ ਹਰ ਗੱਲ ਨੂੰ ਮੰਨਣਾ, ਇਹ ਖੁਸ਼ਾਮਦ ਨਹੀਂ ਹੈ, ਕਿਉਂਕਿ ਭਗਤ ਉਹਦੇ ਬਦਲੇ ਵਿੱਚ ਕੁਝ ਚਾਹੁੰਦਾ ਨਹੀਂ ਹੈ। ਉਹ ਕੁਝ ਚਾਹੁੰਦਾ ਨਹੀਂ। ਉਹ ਕਹਿੰਦੇ ਠੀਕ ਹੈ, ਵਾਹਿਗੁਰੂ ਨੇ ਜੋ ਕੀਤਾ ਚੰਗਾ, ਵਾਹਿਗੁਰੂ ਜੋ ਕਰੇਗਾ ਚੰਗਾ, ਜੋ ਦੇਵੇਗਾ ਚੰਗਾ, ਨਹੀਂ ਦੇਵੇਗਾ ਉਹ ਵੀ ਚੰਗਾ। ਇਸ ਲਈ ਜਦੋਂ ਅਸੀਂ ਇਸ ਢੰਗ ਨਾਲ ਗੁਰੂ ਨੂੰ ਸਮਰਪਿਤ ਹੋ ਜਾਂਦੇ ਹਾਂ ਤਦੋਂ ਗੱਲ ਬਣਦੀ ਹੈ। ਜਦੋਂ ਆਪਣੀ ਕੋਈ ਮਰਜ਼ੀ ਹੈ ਹੀ ਨਹੀਂ, ਬਿਲਕੁਲ ਉਸ ਦੀ ਮਰਜ਼ੀ, ਫਿਰ ਉਹ ਰੱਖਦਾ, ਫਿਰ ਉਹ ਬਚਾਉਂਦਾ, ਉਹ ਸਾਡਾ ਸਹਾਈ ਹੁੰਦਾ। ਗੁਰਸਿੱਖ ਰਾਖੇ ਗੁਰੂ ਗੋਪਾਲ। ਗੁਰੂ ਗੋਪਾਲ ਨੇ, ਗੁਰੂ ਸਤਿਗੁਰੂ ਨੇ ਕਿਰਪਾ ਕਰਕੇ ਆਪਣੇ ਗੁਰਸਿੱਖਾਂ ਨੂੰ ਰੱਖ ਲਿਆ। ਇਸ ਲਈ ਗੁਰੂ ਦੇ ਹੋਣਾ, ਜੇ ਅਸੀਂ ਚਾਹੁੰਦੇ ਹਾਂ ਕਿ ਗੁਰੂ ਸਾਡਾ ਸਹਾਈ ਹੋਵੇ, ਗੁਰੂ ਸਾਡੀ ਮੁਸੀਬਤ ਵਿੱਚ ਬਾਂਹ ਫੜੇ, ਤਾਂ ਫਿਰ ਉਸ ਦੀ ਬਾਂਹ ਤੁਸੀਂ ਫੜ ਲਵੋ, ਉਸ ਦਾ ਲੜ ਤੁਸੀਂ ਫੜ ਲਵੋ। ਪਹਿਲਾਂ ਅਸੀਂ ਉਸ ਦੇ ਹੋ ਜਾਈਏ। ਉਹ ਤੇ ਸਾਡਾ ਹੋਇਆ ਹੀ ਹੈ, ਉਹ ਤੇ ਸਾਡਾ ਹੋਇਆ ਹੀ ਹੈ, ਉਹ ਤੇ ਸਾਡੇ ਨਾਲ ਹੀ ਹੈ। ਬਸ ਅਸੀਂ ਉਹਦੇ ਨਾਲ ਹੋਣਾ, ਸਾਡਾ ਉਹਦੇ ਨਾਲ ਹੋਣਾ ਬਾਕੀ ਹੈ। ਗੁਰੂ ਨੇ ਕਿਰਪਾ ਕੀਤੀ, ਉਸ ਨੇ ਭਵ ਸਾਗਰ ਦੇ ਵਿੱਚੋਂ ਕੱਢ ਲਿਆ। ਅਸੀਂ ਗੋਤੇ ਖਾ ਰਹੇ ਹਾਂ ਭਵ ਸਾਗਰ। ਭਵ ਦਾ ਮਤਲਬ ਹੁੰਦਾ ਭਟਕਣਾ, ਇੱਕੋ ਜਗ੍ਹਾ ਘੁੰਮੀ ਜਾਣਾ ਗੋਲ ਗੋਲ। ਤੁਸੀਂ ਵੇਖਿਆ ਹੋਣਾ ਕਈ ਵਾਰੀ ਪਾਣੀ ਗੋਲ ਗੋਲ ਘੁੰਮੀ ਜਾਂਦਾ, ਇੱਕੋ ਥਾਂ ਘੁੰਮੀ ਜਾਂਦਾ। ਉਸ ਨੂੰ ਕਹਿੰਦੇ ਨੇ ਭਵਨਾ, ਕਿ ਚੱਕਰ ਕੱਟ ਰਿਹਾ। ਸਾਰੀ ਸ੍ਰਿਸ਼ਟੀ ਉਹ ਭਵ ਰਹੀ ਹੈ, ਧਰਤੀ ਘੁੰਮ ਰਹੀ ਹੈ 24 ਘੰਟੇ ਚੱਕਰ ਪੂਰਾ ਕਰਦੀ, ਸੂਰਜ ਘੁੰਮ ਰਿਹਾ ਹੈ, ਜਿੱਥੇ ਜਿੱਥੇ ਜੋ ਵੀ ਹੈ ਉਹ ਉੱਥੇ ਉੱਥੇ ਹੀ ਘੁੰਮ ਰਿਹਾ ਹੈ, ਉੱਥੇ ਉੱਥੇ ਹੀ। ਸਭ ਚੀਜ਼ਾਂ ਚਲਾਇਮਾਨ ਨੇ, ਸਥਿਰ ਕੁਛ ਵੀ ਨਹੀਂ ਹੈ। ਧਰਤੀ ਆਪਣੀ ਥਾਂ ਤੇ ਲੱਖਾਂ ਸਾਲਾਂ ਤੋਂ ਘੁੰਮਦੀ ਹੈ, ਜਦੋਂ ਤੋਂ ਧਰਤੀ ਬਣੀ ਹੈ। ਇਸੇ ਤਰ੍ਹਾਂ ਮਨੁੱਖ ਹੈ, ਮਨੁੱਖ ਵੀ ਜਿੱਥੇ ਹੈ ਇਹ ਸਦੀਆਂ ਤੋਂ ਇਸੇ ਤਰ੍ਹਾਂ ਭਟਕ ਰਿਹਾ ਹੈ। ਉਹੀ ਕੁਛ ਕਰੀ ਜਾਂਦਾ, ਉਹੀ ਝਮੇਲੇ, ਉਹੀ ਕੰਮ ਧੰਦੇ, ਉਹੀ ਕਾਰ ਵਿਹਾਰ, ਉਹੀ ਕਾਮ ਕ੍ਰੋਧ, ਉਹੀ ਲੋਭ ਮੋਹ ਵਾਸਨਾਵਾਂ ਹੰਕਾਰ, ਉਹੀ ਕੁਛ। ਅਸੀਂ ਇੱਕੋ ਚੀਜ਼ ਨੂੰ ਬਾਰ-ਬਾਰ ਰਿਪੀਟ ਕਰੀ ਜਾਂਦੇ ਹਾਂ, ਬਾਰ-ਬਾਰ ਦੁਹਰਾਈ ਜਾਂਦੇ ਹਾਂ, ਬਾਰ-ਬਾਰ ਦੁਹਰਾਈ ਜਾਂਦੇ ਹਾਂ। ਤੇ ਹੈਰਾਨੀ ਇਸ ਗੱਲ ਦੀ ਹੈ ਕਿ ਅਸੀਂ ਅੱਕਦੇ ਵੀ ਨਹੀਂ।
ਤੁਸੀਂ ਕਿਸੇ ਗੀਤ ਨੂੰ ਇੱਕ ਵਾਰੀ ਸੁਣੋ, 2 ਵਾਰੀ ਸੁਣੋ, 3 ਵਾਰੀ ਸੁਣੋ, 4 ਵਾਰੀ ਸੁਣੋ, ਜਦੋਂ ਉਹਨੂੰ ਕਈ ਵਾਰੀ ਸੁਣ ਲਓਗੇ ਨਾ ਤੇ ਅੱਕ ਜਾਓਗੇ ਸੁਣ ਸੁਣ ਕੇ, ਕਿ ਛੱਡੋ, ਬੰਦ ਕਰੋ, ਕੋਈ ਹੋਰ ਲਾਓ। ਇਸੇ ਤਰ੍ਹਾਂ ਕਿਸੇ ਚੀਜ਼ ਨੂੰ ਤੁਸੀਂ ਇੱਕ ਵਾਰੀ ਦੇਖ ਲਿਆ, ਠੀਕ ਹੈ, ਦੂਸਰੀ ਵਾਰੀ ਦੇਖ ਲਿਆ, ਥੋੜਾ ਬਹੁਤ ਰਸ ਆਇਆ, ਤੀਸਰੀ ਵਾਰੀ ਦੇਖਿਆ, ਫਿਰ ਨਹੀਂ, ਫਿਰ ਹੌਲੀ ਹੌਲੀ ਉਹ ਰਸ ਖਤਮ ਹੋ ਜਾਂਦਾ। ਪਰ ਇਸ ਸੰਸਾਰ ਦੇ ਸੰਬੰਧ ਵਿੱਚ ਸਾਡੀ ਗੱਲ ਉਲਟੀ ਹੈ। ਇੱਥੇ ਅਸੀਂ ਉਹੀ ਕੁਝ ਕਰੀ ਜਾਂਦੇ ਹਾਂ। ਅਸੀਂ ਉਹੀ ਕਾਮ ਵਾਸਨਾ, ਉਹੀ ਕ੍ਰੋਧ, ਬਹੁਤ ਵਾਰੀ ਕਾਮ ਵਾਸਨਾ ਵਿੱਚ ਉਤਰ ਕੇ ਦੇਖ ਲਿਆ, ਪਰ ਅਸੀਂ ਅੱਕ ਗਏ? ਨਹੀਂ, ਬਿਲਕੁਲ ਨਹੀਂ। ਬਹੁਤ ਵਾਰੀ ਕ੍ਰੋਧ ਕਰਕੇ ਦੇਖ ਲਿਆ ਕਿ ਅਸੀਂ ਕ੍ਰੋਧ ਤੋਂ ਅੱਕ ਗਏ ਕਿ ਹੁਣ ਨਹੀਂ ਕ੍ਰੋਧ ਕਰਨਾ। ਕਿਹਾ ਬਹੁਤ ਵਾਰੀ ਹੋਵੇਗਾ, ਪਰ ਕੀ ਉਸ ਤੋਂ ਅੱਕ ਗਏ? ਦੁਬਾਰਾ ਕੀਤਾ? ਹਰ ਵਾਰੀ ਕੀਤਾ ਕ੍ਰੋਧ। ਇੱਕ ਵਾਰੀ ਲੋਭ ਵਿੱਚ ਫਸੇ ਤੇ ਲੋਭ ਵਿੱਚ ਫਸ ਕੇ ਦੁੱਖ ਭੋਗਿਆ, ਫਿਰ ਹਟ ਗਏ ਲੋਭ ਕਰਨਾ? ਨਹੀਂ, ਫਿਰ ਵੀ ਅਸੀਂ ਲੋਭ ਕਰਦੇ ਰਹਿੰਦੇ ਹਾਂ ਚੀਜ਼ਾਂ ਦਾ, ਲੋਭਗ੍ਰਸਤ ਹੁੰਦੇ ਰਹਿੰਦੇ ਹਾਂ, ਲੋਭ ਤੋਂ ਮੁਕਤ ਨਹੀਂ ਹੁੰਦੇ। ਇਸੇ ਤਰ੍ਹਾਂ ਮੋਹ ਹੈ, ਇਸੇ ਤਰ੍ਹਾਂ ਈਰਸ਼ਾ ਹੈ, ਇਸੇ ਤਰ੍ਹਾਂ ਨਫ਼ਰਤ ਹੈ, ਇਸੇ ਤਰ੍ਹਾਂ ਸਾਡੇ ਅੰਦਰ ਦੀਆਂ ਆਸਾਂ ਨੇ, ਤ੍ਰਿਸ਼ਨਾਵਾਂ ਨੇ। ਅਸੀਂ ਉਹਨਾਂ ਤੋਂ ਮੁਕਤ ਨਹੀਂ ਹੁੰਦੇ, ਅੱਕਦੇ ਨਹੀਂ ਉਹਨਾਂ ਤੋਂ। ਬਹੁਤ ਦਫਾ ਉਹਨਾਂ ਵਿੱਚ ਉਲਝ ਕੇ ਵੀ ਅਸੀਂ ਫਿਰ ਵੀ ਬਾਰ-ਬਾਰ ਉਹਨਾਂ ਵਿੱਚ ਹੀ ਉਲਝਦੇ ਹਾਂ। ਸਤਿਗੁਰੂ ਕਹਿੰਦੇ ਜਦੋਂ ਤੱਕ ਬੰਦਾ ਇਸ ਗੱਲ ਨੂੰ ਸਮਝਦਾ ਨਹੀਂ, ਇੱਕ ਲੂਪ ਹੈ, ਲੂਪ ਸਮਝੋ, ਤੁਸੀਂ ਸਮਝਦੇ ਹੋ ਕਿ ਲੂਪ ਮਤਲਬ ਕਿ ਇੱਕੋ ਚੀਜ਼ ਨੂੰ ਬਾਰ-ਬਾਰ ਉਹੀ ਕੁਝ ਵਾਪਰੀ ਜਾਂਦਾ ਸਾਡੇ ਨਾਲ ਉਹੀ ਕੁਝ ਵਾਪਰ ਰਿਹਾ, ਨਵਾਂ ਕੁਝ ਵਾਪਰ ਰਿਹਾ, ਨਵਾਂ ਤਾਂ ਕੁਝ ਹੈ ਹੀ ਨਹੀਂ ਸਾਡੇ ਜੀਵਨ ਵਿੱਚ। ਉਹੀ ਚੀਜ਼ਾਂ ਰਿਪੀਟ ਨੇ, ਰਿਪੀਟ ਤੇ ਲੱਗੀਆਂ ਹੋਈਆਂ, ਬਾਰ-ਬਾਰ ਉਹੀ ਕੁਝ ਘਟਨਾਵਾਂ ਵਾਪਰ ਰਹੀਆਂ, ਬਾਰ-ਬਾਰ ਉਹੀ ਕਲੇਸ਼, ਬਾਰ-ਬਾਰ ਉਹੀ ਦੁੱਖ, ਬਾਰ-ਬਾਰ ਉਹੀ ਤਕਲੀਫ, ਬਾਰ-ਬਾਰ ਉਹੀ ਕੁਝ। ਅਸੀਂ ਇੱਕ ਲੂਪ ਵਿੱਚ ਫਸੇ ਹਾਂ, ਬਾਰ-ਬਾਰ ਇਹੀ ਜਨਮ, ਬਾਰ-ਬਾਰ ਜਨਮ ਮਰਨ ਦਾ ਗੇੜ। ਸਤਿਗੁਰੂ ਕਹਿੰਦੇ ਇਸ ਲੂਪ ਤੋਂ, ਇਸ ਭਵ ਸਾਗਰ ਦੇ ਇਸ ਗੇੜ ਤੋਂ ਗੁਰੂ ਨੇ ਕਿਰਪਾ ਕਰਕੇ ਬਚਾ ਲਿਆ। ਗੁਰੂ ਨੇ ਕਿਰਪਾ ਕਰਕੇ ਬਚਾ ਲਿਆ। ਤੁਸੀਂ ਜਰਾ ਇਸ ਗੱਲ ਨੂੰ ਸੋਚੋ ਕਿ ਤੁਹਾਨੂੰ ਰੋਜ਼ ਇੱਕੋ ਹੀ ਚੀਜ਼ ਖਾਣ ਨੂੰ ਮਿਲੇ, ਰੋਜ਼ ਇੱਕੋ ਹੀ, ਤਿੰਨੋਂ ਟਾਈਮ ਇੱਕੋ ਚੀਜ਼ ਖਾਣ ਨੂੰ ਮਿਲ ਰਹੀ, ਸਵੇਰੇ ਵੀ ਚੌਲ, ਦੁਪਹਿਰ ਨੂੰ ਵੀ ਚੌਲ, ਰਾਤ ਨੂੰ ਵੀ ਚੌਲ, ਦੂਸਰੇ ਦਿਨ ਫਿਰ ਇਸ ਤਰ੍ਹਾਂ, ਤੀਸਰੇ ਦਿਨ ਫਿਰ ਇਸ ਤਰ੍ਹਾਂ, ਚੌਥੇ ਦਿਨ ਫਿਰ ਇਸ ਤਰ੍ਹਾਂ, ਪੰਜਵੇਂ ਦਿਨ ਫਿਰ ਇਸ ਤਰ੍ਹਾਂ, ਲਗਾਤਾਰ ਰੋਜ਼ ਇਸ ਤਰ੍ਹਾਂ ਹੀ ਹੋਵੇ, ਤਾਂ ਤੁਸੀਂ ਕਹੋਗੇ ਕਿ ਮੈਨੂੰ ਜ਼ਹਿਰ ਦੇ ਦਿਓ ਪਰ ਚੌਲ ਨਾ ਦਿਓ, ਕਿਉਂਕਿ ਮੈਂ ਅੱਕ ਗਿਆ ਇਹਨੂੰ ਖਾ ਖਾ ਕੇ, ਮੈਂ ਦੁਖੀ ਹੋ ਗਿਆ, ਹੁਣ ਨਹੀਂ, ਬਸ ਹੋ ਗਈ ਮੇਰੀ। ਅਸੀਂ ਉਹੀ ਕੁਝ ਭੋਗ ਰਹੇ ਹਾਂ ਰੋਜ਼, ਕ੍ਰੋਧ, ਕਾਮ, ਵਾਸਨਾ, ਵਿਸ਼ੇ, ਰੋਜ਼ ਉਹੀ, ਪਰ ਇੱਥੋਂ ਅਸੀਂ ਅੱਕ ਨਹੀਂ ਰਹੇ। ਤਕਲੀਫ ਇਸ ਗੱਲ ਦੀ ਹੈ ਕਿ ਇੱਥੋਂ ਅਸੀਂ ਅੱਕ ਨਹੀਂ ਰਹੇ, ਅਸੀਂ ਦੁਖੀ ਨਹੀਂ ਹੋ ਰਹੇ ਇਸ ਤੋਂ। ਹਰ ਵਾਰੀ ਕ੍ਰੋਧ ਲੱਗਦਾ ਹੈ ਕਿ ਨਵਾਂ, ਹਰ ਵਾਰੀ ਵਾਸਨਾ ਲੱਗਦੀ ਨਵੀਂ, ਹਰ ਵਾਰੀ ਮੋਹ ਲੱਗਦਾ ਨਵਾਂ, ਹਰ ਵਾਰੀ ਲਾਲਚ, ਲੋਭ ਲੱਗਦਾ ਨਵਾਂ। ਇਸ ਕਰਕੇ ਇਹਦੇ ਵਿੱਚੋਂ ਮੁਕਤ ਹੋਣ ਦੀ ਸਾਡੇ ਮਨ ਅੰਦਰ ਇੱਛਾ ਨਹੀਂ ਪੈਦਾ ਹੁੰਦੀ। ਇਸ ਕਰਕੇ ਅਸੀਂ ਮੁਕਤ ਹੋਣ ਦਾ ਕੋਈ ਯਤਨ ਵੀ ਨਹੀਂ ਕਰਦੇ, ਕੋਈ ਉਪਰਾਲਾ ਵੀ ਨਹੀਂ ਕਰਦੇ, ਕਿਉਂਕਿ ਅਸੀਂ ਹੋਸ਼ ਵਿੱਚ ਨਹੀਂ ਹੁੰਦੇ। ਜਦੋਂ ਅਸੀਂ ਵਾਸਨਾ ਵਿੱਚ ਉਤਰਦੇ ਹਾਂ, ਕਾਮ ਕ੍ਰੋਧ ਵਿੱਚ ਫਸਦੇ ਹਾਂ, ਤਾਂ ਸਾਨੂੰ ਕੋਈ ਹੋਸ਼ ਨਹੀਂ ਹੁੰਦਾ, ਸੁੱਧ ਬੁੱਧ ਨਹੀਂ ਹੁੰਦੀ। ਜਦੋਂ ਕਾਮ ਕ੍ਰੋਧ ਦਾ ਅਸਰ ਸਾਡੇ ਮਨ ਤੋਂ ਹਟਦਾ, ਫਿਰ ਸਾਨੂੰ ਸੁੱਧ ਆਉਂਦੀ ਹੈ, ਫਿਰ ਸਾਨੂੰ ਹੋਸ਼ ਆਉਂਦੀ ਹੈ। ਜਦੋਂ ਕ੍ਰੋਧ
ਲੱਥ ਜਾਂਦਾ ਹੈ, ਜਦੋਂ ਕ੍ਰੋਧ ਸ਼ਾਂਤ ਹੋ ਜਾਂਦਾ ਹੈ, ਫਿਰ ਸਾਨੂੰ ਪਤਾ ਲੱਗਦਾ ਹੈ, ਅਦਰਵਾਈਜ਼ ਸਾਨੂੰ ਪਤਾ ਹੀ ਨਹੀਂ ਲੱਗਦਾ। ਕ੍ਰੋਧ ਵਿੱਚ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੈ ਕੁਝ ਵੀ। ਜਦੋਂ ਕ੍ਰੋਧ ਸ਼ਾਂਤ ਹੋ ਜਾਂਦਾ ਹੈ, ਫਿਰ ਬੰਦਾ ਕਹਿੰਦਾ ਜੀ ਬਹੁਤ ਮਾੜਾ ਹੋਇਆ, ਮੇਰੇ ਕੋਲੋਂ ਗਲਤੀ ਹੋ ਗਈ। ਸਤਿਗੁਰੂ ਕਹਿੰਦੇ ਵਾਸ਼ਨਾਵਾਂ ਵਿੱਚ, ਵਿਕਾਰਾਂ ਵਿੱਚ ਬੰਦਾ ਅੰਨਾ ਹੋ ਜਾਂਦਾ ਹੈ। ਇਸ ਲੂਪ ਵਿੱਚੋਂ, ਇਸ ਭਵ ਸਾਗਰ ਵਿੱਚੋਂ ਗੁਰੂ ਕਿਰਪਾ ਕਰਕੇ ਕੱਢਦਾ ਹੈ, ਗੁਰੂ ਕਿਰਪਾ ਕਰਕੇ ਕੱਢਦਾ ਹੈ। ਗੁਰੂ ਬਾਂਹ ਫੜ ਲੈਂਦਾ ਸਾਡੀ, ਉਹ ਸਾਨੂੰ ਡੁੱਬਦਿਆਂ ਨੂੰ ਬਚਾ ਲੈਂਦਾ ਹੈ। ਸਤਿਗੁਰੂ ਕਹਿੰਦੇ ਕਾਢ ਲੀਏ ਮਹਾਭਵ ਜਲ ਤੇ, ਮਹਾਭਵ ਜਲ ਜਿਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਸੰਸਾਰ ਦੀ ਮੋਹ ਮਾਇਆ ਵਿੱਚੋਂ ਨਿਕਲਣਾ ਬੜਾ ਔਖਾ ਹੈ। ਕਿੰਨਾ ਕੁ ਔਖਾ ਹੈ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਅਸੀਂ ਕਿਸੇ ਦੇ ਸੰਸਕਾਰ ਤੇ ਗਏ ਹੁੰਦੇ ਆ ਨਾ, ਤਾਂ ਉੱਥੇ ਸੰਸਕਾਰ ਦੇਖ ਕੇ, ਚਿਖਾ ਦੀ ਦੇਖ ਕੇ ਲੱਗਦਾ ਕਿ ਸਭ ਝੂਠ ਹੈ, ਇਹੀ ਸੱਚ ਹੈ। ਕੱਲ ਨੂੰ ਇੱਥੇ ਹੀ ਸਭ ਨੇ ਮਰ ਖਪ ਜਾਣਾ ਹੈ। ਬਸ ਉੱਥੋਂ ਜਿਵੇਂ ਹੀ ਨਿਕਲੇ ਸਭ ਭੁੱਲ ਭੁਲਾ ਗਿਆ। ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੇ ਉੱਤੇ ਮਾਇਆ ਦਾ ਕਿੰਨਾ ਗਹਿਰਾ ਅਸਰ ਹੈ ਕਿ ਜਰਾ ਜਿਹਾ ਗੇਟ ਤੋਂ ਬਾਹਰ ਹੋਏ, ਸ਼ਮਸ਼ਾਨ ਘਾਟ ਤੋਂ ਬਾਹਰ ਹੋਣ ਦੀ ਦੇਰ ਹੈ, ਸਭ ਭੁੱਲ ਗਿਆ। ਠੀਕ ਹੈ, ਮਰਨ ਵਾਲਾ ਮਰ ਗਿਆ, ਚਲੋ ਆਪਣੇ ਕੰਮਾਂ ਤੇ। ਅਸੀਂ ਫਿਰ ਉੱਥੇ ਉੱਥੇ। ਇਸ ਲਈ ਸਤਿਗੁਰੂ ਕਹਿੰਦੇ ਮਹਾਭਵ ਜਲ, ਕਿ ਬਹੁਤ ਕਠਿਨ, ਬੜਾ ਗਹਿਰਾ, ਇਹਨੂੰ ਪਾਰ ਕਰਨਾ ਇੰਨਾ ਸੌਖਾ ਨਹੀਂ ਹੈ। ਇਸ ਲਈ ਮਹਾਭਵ ਜਲ ਕਿਹਾ। ਜੇ ਇੰਨਾ ਸੌਖਾ ਹੋਵੇ ਤਾਂ ਫਿਰ ਬੰਦਾ ਇੱਕ ਵਾਰੀ ਜਦੋਂ ਕਿਸੇ ਦੀ ਮੌਤ ਦੇਖ ਲੈਂਦਾ ਤਾਂ ਫਿਰ ਉਹ ਦੁਬਾਰਾ ਸੰਸਾਰ ਵਿੱਚ ਉਲਝ ਨਹੀਂ ਸਕਦਾ, ਉਹ ਦੁਬਾਰਾ ਝਮੇਲਿਆਂ ਵਿੱਚ ਫਸ ਨਹੀਂ ਸਕਦਾ। ਪਰ ਮਨ ਬੰਦੇ ਦਾ ਉਨੀ ਦੇਰ ਇਸ ਨੂੰ ਭਰੋਸਾ ਦਵਾਈ ਰੱਖਦਾ ਹੈ ਕਿ ਝੂਠ ਹੈ, ਸਭ ਇਹ ਮਾਇਆ ਹੈ, ਕੁਛ ਨਹੀਂ ਹੈ ਇੱਥੇ। ਪਰ ਜਿਵੇਂ ਹੀ ਦੁਬਾਰਾ ਫਿਰ ਮਾਇਆ ਵਿੱਚ ਆਉਂਦਾ ਫਿਰ ਭੁੱਲ ਜਾਂਦਾ ਹੈ, ਧੀਆਂ ਪੁੱਤਾਂ ਵਿੱਚ ਫਿਰ ਭੁੱਲ ਜਾਂਦਾ ਹੈ, ਕੰਮ ਧੰਦਿਆਂ ਵਿੱਚ ਫਿਰ ਭੁੱਲ ਜਾਂਦਾ। ਇਸ ਲਈ ਸਤਿਗੁਰੂ ਕਹਿੰਦੇ ਮਹਾਭਵ ਜਲ। ਗੁਰੂ ਇਸ ਮਹਾਭਵ ਜਲ ਦੇ ਵਿੱਚੋਂ, ਮਹਾਸਾਗਰ ਦੇ ਵਿੱਚੋਂ ਹੱਥ ਦੇ ਕੇ ਕੱਢ ਲੈਂਦਾ ਹੈ। ਕਾਢ ਲੀਏ ਮਹਾਭਵ ਜਲ ਤੇ ਆਪਣੀ ਨਦਰ ਨਿਹਾਲ। ਗੁਰੂ ਨੇ ਆਪਣੀ ਨਦਰ ਨਾਲ ਇੱਥੋਂ ਕੱਢ ਲਿਆ। ਡੁੱਬਦੇ ਜਾ ਰਹੇ ਸਾਂ, ਮਰਦੇ ਜਾ ਰਹੇ ਸਾਂ, ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਨ ਹੁੰਦੇ ਜਾ ਰਹੇ ਸਾਂ, ਗਰਕ ਗਿਆ ਸੀ ਜੀਵਨ। ਗੁਰੂ ਨੇ ਕਿਰਪਾ ਕਰਕੇ ਕੱਢ ਲਿਆ। ਬਸ ਮਰਨ ਹੀ ਲੱਗੇ ਸਾਂ। ਜਰਾ ਉਸ ਦੀ ਕਲਪਨਾ ਕਰਕੇ ਵੇਖਣਾ, ਉਹ ਦੀਪਾਲਪੁਰ ਵਾਲਾ ਕੋੜੀ ਮਰ ਰਿਹਾ ਸੀ। ਉਹ ਚਾਹੁੰਦਾ ਹੀ ਸੀ ਕਿ ਮੈਂ ਮਰ ਹੀ ਜਾਵਾਂ ਇਹੋ ਜਿਹੀ ਜ਼ਿੰਦਗੀ ਨਾਲ। ਪਰ ਇੱਕ ਦਿਨ ਅਚਾਨਕ ਗੁਰੂ ਆ ਗਿਆ, ਗੁਰੂ ਨਾਨਕ ਆ ਗਿਆ। ਗੁਰੂ ਨਾਨਕ ਨੇ ਬਾਂਹ ਫੜੀ ਤੇ ਉਸ ਨੂੰ ਇਸ ਨਰਕ ਦੇ ਵਿੱਚੋਂ ਕੱਢ ਦਿੱਤਾ। ਬਸ ਐਸਾ ਹੀ ਗੁਰੂ ਇੱਕ ਦਿਨ ਆਉਂਦਾ, ਉਹ ਸਾਡੀ ਬਾਂਹ ਫੜ ਕੇ ਸਾਨੂੰ ਇਸ ਭਵ ਸਾਗਰ ਵਿੱਚੋਂ ਕੱਢ ਦਿੰਦਾ ਹੈ। ਉਹੀ ਕੱਢ ਸਕਦਾ ਜਿਹੜਾ ਇਸ ਭਵ ਸਾਗਰ ਦੇ ਵਿੱਚੋਂ ਬਾਹਰ ਹੋਵੇ। ਜਿਹੜਾ ਭਵ ਸਾਗਰ ਵਿੱਚ ਫਸਿਆ ਉਹ ਥੋੜੀ ਨਾ ਕੱਢ ਸਕੇਗਾ, ਕਿਉਂਕਿ ਉਹ ਤੇ ਆਪ ਉਲਝਿਆ ਹੋਇਆ, ਉਹ ਤੇ ਆਪ ਉਲਝਿਆ। ਗੁਰੂ ਇਸ ਭਵ ਸਾਗਰ ਦੇ ਵਿੱਚ ਉਲਝਿਆ ਹੋਇਆ ਨਹੀਂ ਹੈ। ਉਹ ਇਸ ਭਵ ਸਾਗਰ ਵਿੱਚ ਆਪ ਨਹੀਂ ਭਵ ਰਿਹਾ, ਉਹ ਆਪ ਨਹੀਂ ਇਹਦੇ ਵਿੱਚ ਚੱਕਰ ਖਾ ਰਿਹਾ, ਉਹ ਸਾਨੂੰ ਚੱਕਰ ਖਾ ਰਿਆਂ ਨੂੰ ਇਹਦੇ ਵਿੱਚੋਂ ਕੱਢਦਾ ਹੈ। ਸਤਿਗੁਰੂ ਕਹਿੰਦੇ ਉਹਨੇ ਆਪਣੀ ਮਿਹਰ ਦੀ ਨਿਗਾਹ ਕੀਤੀ, ਉਹਨੇ ਆਪਣੀ ਨਜ਼ਰ ਨਾਲ ਨਿਹਾਲ ਕਰ ਦਿੱਤਾ ਤੇ ਕੱਢ ਦਿੱਤਾ ਇਸ ਭਵ ਸਾਗਰ ਵਿੱਚੋਂ। ਬੰਧਨ ਕਾਟ ਵਿਸਾਰੇ ਔਗਣ। ਗੁਰੂ ਨੇ ਕਿਰਪਾ ਕਰ ਦਿੱਤੀ, ਮੇਰੇ ਬੰਧਨ ਕੱਟ ਦਿੱਤੇ। ਜੋ ਵਾਸ਼ਨਾਵਾਂ ਦੇ ਬੰਧਨ ਪਏ ਸਨ ਨਾ, ਕਾਮ ਕ੍ਰੋਧ ਦੇ ਬੰਧਨ ਪਏ ਸੀ, ਗੁਰੂ ਨੇ ਕੱਟ ਦਿੱਤੇ ਰਹਿਮਤ ਕਰਕੇ। ਗੁਰੂ ਨੇ ਬਖਸ਼ਿਸ਼ ਕੀਤੀ। ਬੰਧਨ ਕਾਟ ਵਿਸਾਰੇ ਔਗਣ। ਔਗਣ ਵਿਸਾਰ ਦਿੱਤੇ, ਖਤਮ ਕਰ ਦਿੱਤੇ ਮੇਰੇ ਅੰਦਰੋਂ ਔਗਣ। ਖਿਆਲ ਰੱਖਣਾ, ਕਈ ਵਾਰੀ ਬੰਦਾ ਆਪਣੇ ਔਗਣ ਦੇਖ ਕੇ ਨਾ ਢਹਿੰਦੀ ਕਲਾ ਵਾਲੇ ਪਾਸੇ ਨੂੰ ਚਲਿਆ ਜਾਂਦਾ ਹੈ। ਢਹਿੰਦੀ ਕਲਾ ਨੂੰ, ਚੜ੍ਹਦੀ ਕਲਾ ਵਾਲੇ ਪਾਸੇ ਜਾਣ ਦੀ ਬਜਾਏ ਢਹਿੰਦੀ ਕਲਾ ਨੂੰ ਚਲਿਆ ਜਾਂਦਾ ਹੈ।
ਵੀ ਮੈਂ ਤੇ ਬਹੁਤ ਨੀਚ ਆਦਮੀ ਆ, ਮੈਂ ਬਹੁਤ ਮਾੜਾ। ਇਹੋ ਜਿਹੀਆਂ ਗੱਲਾਂ ਸੋਚ ਕੇ ਕਈ ਵਾਰੀ ਲੋਕ ਢਹਿੰਦੀ ਕਲਾ ਨੂੰ ਚਲੇ ਜਾਂਦੇ ਨੇ। ਗੁਰੂ ਕੀ ਕਰਦਾ ਹੈ? ਗੁਰੂ ਸਾਨੂੰ ਢਹਿੰਦੀ ਕਲਾ ਵਾਲੇ ਪਾਸੇ ਜਾਣ ਤੋਂ ਰੋਕ ਲੈਂਦਾ ਹੈ। ਉਹ ਸਾਨੂੰ ਵਿਸਾਰ ਦਿੰਦਾ ਹੈ ਕਿ ਤੇਰੇ ਅੰਦਰ ਔਗਣ ਹੈ। ਖਿਆਲ ਰੱਖਣਾ, ਗੁਰੂ ਵਿੱਚ ਤੇ ਦੁਨੀਆ ਵਿੱਚ ਇਹ ਅੰਤਰ ਹੈ। ਦੁਨੀਆ ਸਾਡੇ ਔਗਣ ਉਛਾਲਦੀ ਹੈ। ਕਿਸੇ ਨੂੰ ਔਗਣ ਪਤਾ ਲੱਗ ਜਾਣ, ਉਹ ਸਾਡੇ ਔਗਣ ਦੂਸਰਿਆਂ ਸਾਹਮਣੇ ਜ਼ਾਹਰ ਕਰਦੇ ਨੇ, ਪ੍ਰਗਟ ਕਰਦੇ। ਗੁਰੂ ਕੀ ਕਰਦਾ ਹੈ? ਗੁਰੂ ਸਾਡੇ ਔਗਣਾਂ ਨੂੰ ਪ੍ਰਗਟ ਨਹੀਂ ਕਰਦਾ, ਗੁਰੂ ਸਾਡੇ ਔਗਣ ਨੂੰ ਸਾਡੇ ਸਾਹਮਣੇ ਪ੍ਰਗਟ ਕਰਦਾ ਹੈ, ਨਾ ਕਿ ਦੁਨੀਆ ਸਾਹਮਣੇ। ਉਹ ਸਾਡੀ ਗਲਤੀ ਨੂੰ ਸਾਡੇ ਸਾਹਮਣੇ ਰੱਖਦਾ ਹੈ ਕਿ ਆਹ ਤੇਰੀ ਗਲਤੀ ਹੈ। ਗੁਰੂ ਆਲੋਚਨਾ ਕਰਦਾ ਹੈ ਕਿ ਇਹਨੂੰ ਠੀਕ ਕਰ। ਦੁਨੀਆ ਕੀ ਕਰਦੀ? ਦੁਨੀਆ ਸਾਡੀ ਗਲਤੀ ਸਾਡੇ ਸਾਹਮਣੇ ਰੱਖਣ ਦੀ ਬਜਾਏ ਉਹ ਦੂਸਰਿਆਂ ਦੇ ਸਾਹਮਣੇ ਰੱਖਦੀ ਕਿ ਦੂਸਰਿਆਂ ਵਿੱਚ ਤਮਾਸ਼ਾ ਬਣੇ, ਦੂਸਰਿਆਂ ਵਿੱਚ ਨਿੰਦਾ ਹੋਵੇ, ਲੋਕਾਂ ਵਿੱਚ ਨਿੰਦਾ ਹੋਵੇ, ਲੋਕ ਇਹਦੀ ਬੁਰਾਈ ਕਰਨ, ਲੋਕ ਇਹਦੀ ਨਿੰਦਾ ਕਰਨ। ਦੁਨੀਆ ਐਸਾ ਕਰਦੀ ਹੈ। ਇਸ ਲਈ ਜੋ ਤੁਹਾਨੂੰ ਕਿਸੇ ਬੰਦੇ ਦਾ ਔਗਣ ਪਤਾ ਲੱਗੇ ਤਾਂ ਉਸ ਔਗਣ ਨੂੰ ਕਿਸੇ ਹੋਰ ਨਾਲ ਸ਼ੇਅਰ ਕਰਨ ਦੀ ਬਜਾਏ ਉਸ ਬੰਦੇ ਨਾਲ ਗੱਲ ਕਰੋ ਕਿ ਭਾਈ ਤੇਰੇ ਬਾਰੇ ਆਹ ਗੱਲ ਪਤਾ ਲੱਗੀ ਹੈ, ਇਹ ਠੀਕ ਨਹੀਂ, ਇਹਨੂੰ ਠੀਕ ਕਰ। ਇਹ ਹੈ ਮਿੱਤਰਤਾ, ਇਹ ਹੈ ਪਿਆਰ, ਪ੍ਰੇਮ, ਭਾਈਚਾਰਕ ਸਾਂਝ, ਇਸੇ ਨੂੰ ਤਾਂ ਕਹਿੰਦੇ ਨੇ। ਪਰ ਇਹ ਵੀ ਦੇਖ ਲੈਣਾ, ਕਈ ਵਾਰੀ ਸਾਹਮਣੇ ਵਾਲਾ ਬੰਦਾ ਸੁਣਨ ਵਾਲਾ ਨਹੀਂ ਹੁੰਦਾ। ਉਹ ਗੁੱਸਾ ਵੀ ਕਰ ਜਾਂਦਾ ਕਿ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ। ਇਸ ਲਈ ਇਹ ਵੇਖ ਵੀ ਲੈਣਾ ਕਿ ਸਾਹਮਣੇ ਵਾਲਾ ਸੁਣ ਕੇ ਬਰਦਾਸ਼ਤ ਵੀ ਕਰ ਲਏਗਾ, ਕਿਉਂਕਿ ਹਰ ਬੰਦੇ ਦੇ ਅੰਦਰ ਬਰਦਾਸ਼ਤ ਕਰਨ ਦੀ ਸਮਰੱਥਾ ਨਹੀਂ ਹੁੰਦੀ। ਗੁਰੂ ਸਾਡਾ ਔਗਣ ਸਾਡੇ ਸਾਹਮਣੇ ਰੱਖ ਦਿੰਦਾ ਹੈ। ਗੁਰੂ ਕਹਿੰਦੇ ਕਿ ਢਹਿੰਦੀ ਕਲਾ ਵਾਲੇ ਪਾਸੇ ਨੂੰ ਨਾ ਜਾ। ਤੇਰੇ ਅੰਦਰ ਗੁਣ ਵੀ ਹੈ, ਇਕੱਲੇ ਔਗਣ ਨਹੀਂ ਹੈ ਤੇਰੇ ਅੰਦਰ ਗੁਣ ਵੀ ਹੈ। ਤੂੰ ਮਾਇਆ ਦੇ ਬੰਧਨ ਤੋਂ ਮੁਕਤ ਹੋ। ਗੁਰੂ ਬੰਧਨ ਕੱਟ ਕੇ ਸਾਨੂੰ ਮਾਇਆ ਵੱਲੋਂ ਮੁਕਤ ਕਰ ਦਿੰਦਾ। ਸਤਿਗੁਰੂ ਕਹਿੰਦੇ ਫੂਟੋ ਆਂਡਾ ਭਰਮ ਕਾ ਮਨੈ ਭਇਆ ਪ੍ਰਗਾਸ। ਮਨ ਦੇ ਵਿੱਚ ਪ੍ਰਕਾਸ਼ ਹੋ ਗਿਆ। ਮਨ ਵਿੱਚ ਜੋ ਭਰਮ ਦਾ ਗੁਬਾਰ ਬਣਿਆ ਸੀ ਨਾ, ਭਰਮ ਦਾ ਅੰਡਾ ਬਣਿਆ ਸੀ, ਉਹ ਟੁੱਟ ਗਿਆ। ਫੂਟੋ ਆਂਡਾ ਭਰਮ ਕਾ ਮਨੈ ਭਇਆ ਪ੍ਰਗਾਸ। ਕਾਟੀ ਬੇਰੀ ਪੱਗਾਂ ਤੇ ਗੁਰ ਕੀਨੀ ਬੰਧ ਖਲਾਸ। ਗੁਰੂ ਨੇ ਪੈਰਾਂ ਵਿੱਚ ਪਈ ਹੋਈ ਬੇੜੀ ਨੂੰ ਕੱਟ ਦਿੱਤਾ, ਬੰਧਨਾਂ ਤੋਂ ਮੁਕਤੀ ਕਰਵਾ ਦਿੱਤੀ। ਬੰਧ ਖਲਾਸ, ਬੰਧਨਾਂ ਤੋਂ ਖਲਾਸੀ, ਬੰਧਨਾਂ ਤੋਂ ਮੁਕਤੀ। ਸਭ ਬੰਧਨਾਂ ਤੋਂ ਮੁਕਤ ਹੋ ਗਏ। ਬੰਧਨ ਕਾਟ ਵਿਸਾਰੇ ਔਗਣ, ਆਪਣਾ ਬਿਰਦ ਸੰਭਾਰਿਆ। ਗੁਰੂ ਦਾ ਬਿਰਦ, ਗੁਰੂ ਦਾ ਸੁਭਾਅ ਜੋ ਹੈ, ਉਹਦਾ ਸੁਭਾਅ ਹੈ ਜਿਵੇਂ ਸਾਡਾ ਸੁਭਾਅ ਹੈ, ਉਹ ਬਦਲਦਾ ਨਹੀਂ। ਜੇ ਸਾਡਾ ਸੁਭਾਅ ਕ੍ਰੋਧ ਵਾਲਾ ਹੈ ਤਾਂ ਸਾਡਾ ਕ੍ਰੋਧ ਵਾਲਾ ਸੁਭਾਅ ਬਦਲਦਾ ਨਹੀਂ। ਸਾਨੂੰ ਨਿੱਕੀ ਨਿੱਕੀ ਗੱਲ ਤੇ ਕ੍ਰੋਧ ਆ ਜਾਂਦਾ ਹੈ। ਗੁਰੂ ਦਾ ਸੁਭਾਅ ਹੈ ਬਖਸ਼ਣਾ, ਉਹ ਬਖਸ਼ ਦਿੰਦਾ ਹੈ। ਉਹਦਾ ਸੁਭਾਅ ਹੈ ਕਿ ਔਗਣਾਂ ਨੂੰ ਉਹ ਖਤਮ ਕਰ ਦਿੰਦਾ ਹੈ, ਤਾਂ ਉਹ ਕਰਦਾ ਹੈ। ਉਹਦਾ ਸੁਭਾਅ ਹੈ ਜਿਵੇਂ ਫੁੱਲ ਦਾ ਸੁਭਾਅ ਹੈ ਖੁਸ਼ਬੂ ਦੇਣਾ। ਕੋਈ ਲੈਣ ਵਾਲਾ ਹੋਵੇ ਜਾਂ ਨਾ ਹੋਵੇ, ਉਹਨੇ ਖੁਸ਼ਬੂ ਦੇ ਹੀ ਜਾਣੀ ਹੈ। ਐਸਾ ਨਹੀਂ ਹੈ ਕਿ ਫੁੱਲ ਦੇ ਸਾਹਮਣੇ ਕੋਈ ਬੰਦਾ ਆਵੇਗਾ ਤਾਂ ਹੀ ਉਹ ਖੁਸ਼ਬੂ ਦੇਗਾ, ਐਸਾ ਬਿਲਕੁਲ ਵੀ ਨਹੀਂ ਹੈ। ਉਸ ਫੁੱਲ ਦੇ ਅੰਦਰੋਂ ਖੁਸ਼ਬੂ ਸਹਿਜ ਸੁਭਾਏ ਹੀ ਨਿਕਲਦੀ ਹੈ। ਉਹ ਕੱਢਦਾ ਨਹੀਂ, ਉਹਦਾ ਸੁਭਾਅ ਹੈ ਖੁਸ਼ਬੂ ਬਿਖੇਰਨਾ। ਬਸ ਐਸਾ ਹੀ ਕਿ ਸਾਡਾ ਸਹਿਜ ਸੁਭਾਅ ਕੀ ਹੈ, ਸਾਡੇ ਅੰਦਰੋਂ ਕੀ ਸਹਿਜ ਸੁਭਾਅ ਨਿਕਲਦਾ? ਕ੍ਰੋਧ, ਮੋਹ, ਲੋਭ। ਸਾਡੇ ਅੰਦਰੋਂ ਸੁਭਾਵਿਕ ਕੀ ਹੁੰਦਾ? ਅਸੀਂ ਤੱਕ ਕੇ ਕੀ ਕਰਦੇ ਹਾਂ? ਅਸੀਂ ਦਇਆ ਕਰਦੇ ਹਾਂ ਤੱਕ ਕੇ, ਅਸੀਂ ਦਾਨ ਕਰਦੇ ਹਾਂ ਵਿਚਾਰ ਕੇ। ਸੁਭਾਵਿਕ ਨਹੀਂ, ਸੁਭਾਵਿਕ ਨਹੀਂ, ਕਿਉਂਕਿ ਇਹ ਸਾਡੇ ਸੁਭਾਅ ਦਾ ਹਿੱਸਾ ਨਹੀਂ ਹੈ। ਦਾਨ ਕਰਨਾ ਸਾਡੇ ਸੁਭਾਅ ਦਾ ਹਿੱਸਾ ਨਹੀਂ। ਇਸ ਲਈ ਸਾਨੂੰ ਦਾਨ ਕਰਨ ਵਾਸਤੇ ਕਹਿਣਾ ਪੈਂਦਾ ਕਿ ਭਾਈ ਦਾਨ ਕਰਿਆ ਕਰੋ, ਸੇਵਾ ਕਰਿਆ ਕਰੋ, ਕਹਿਣਾ ਪੈਂਦਾ, ਕਿਉਂਕਿ ਸਾਡੇ ਸੁਭਾਅ ਦਾ ਹਿੱਸਾ ਨਹੀਂ।
ਸਾਡੇ ਸੁਭਾਅ ਦਾ ਹਿੱਸਾ ਜੋ ਹੈ ਉਹ ਆਪਣੇ ਆਪ ਸਾਡੇ ਅੰਦਰੋਂ ਨਿਕਲਦਾ ਹੈ। ਇਸ ਲਈ ਆਪਣੇ ਸੁਭਾਅ ਦਾ ਹਿੱਸਾ ਚੰਗੀਆਂ ਚੀਜ਼ਾਂ ਨੂੰ ਬਣਾਉਣਾ, ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਇਹਨਾਂ ਨੂੰ ਆਪਣੇ ਸੁਭਾਅ ਦਾ ਹਿੱਸਾ ਨਾ ਬਣਨ ਦਿਓ। ਜੇ ਇਹ ਸਾਡੇ ਸੁਭਾਅ ਦਾ ਹਿੱਸਾ ਬਣ ਗਏ ਤਾਂ ਅਸੀਂ ਕਾਮੀ ਕਹਿਲਾਵਾਂਗੇ, ਕ੍ਰੋਧੀ ਕਹਿਲਾਵਾਂਗੇ, ਲੋਭੀ, ਹੰਕਾਰੀ, ਕਿਉਂਕਿ ਉਹ ਸਾਡੇ ਸੁਭਾਅ ਦਾ ਹਿੱਸਾ ਹੋ ਗਿਆ। ਜਿਹੜੀ ਚੀਜ਼ ਸਾਡੇ ਸੁਭਾਅ ਦਾ ਹਿੱਸਾ ਹੋ ਗਈ ਅਸੀਂ ਉਹ ਹੋ ਗਏ। ਤ੍ਰਿਸ਼ਨਾ ਤਾਂ ਤ੍ਰਿਸ਼ਨਾਲੂ, ਸ਼ਰਧਾ ਤਾਂ ਸ਼ਰਧਾਲੂ। ਜੋ ਸਾਡੇ ਸੁਭਾਅ ਵਿੱਚ ਆ ਗਿਆ ਸਾਡਾ ਉਹੀ ਰੂਪ ਹੋ ਗਿਆ। ਗੁਰੂ ਦਾ ਸੁਭਾਅ ਕੀ ਹੈ? ਉਹਦਾ ਸੁਭਾਅ ਦਇਆ ਕਰਨਾ ਹੈ। ਉਹਦੀ ਸ਼ਰਨ ਜੋ ਆ ਜਾਂਦਾ ਉਹ ਬਖਸ਼ ਲੈਂਦਾ ਹੈ। ਆਪਣਾ ਬਿਰਧ ਸੰਭਾਰਿਆ, ਗੁਰੂ ਨੇ ਆਪਣਾ ਸੁਭਾਅ ਉਸ ਨੂੰ ਸੰਭਾਰਿਆ ਤੇ ਉਸ ਨੇ ਮੇਰੇ ਅੰਦਰ ਦੇ ਔਗਣ ਕੱਟ ਦਿੱਤੇ, ਮੇਰੇ ਬੰਧਨ ਕੱਟ ਦਿੱਤੇ। ਹੋਏ ਕਿਰਪਾਲ ਮਾਤ ਪਿਤ ਨਿਆਈ। ਗੁਰੂ ਜਿਵੇਂ ਮਾਂ ਬਾਪ ਕਿਰਪਾ ਕਰਦੇ ਨੇ ਨਾ, ਇਵੇਂ ਮਾਂ ਬਾਪ ਦੀ ਤਰ੍ਹਾਂ ਉਹ ਮੇਰੇ ਤੇ ਦਿਆਲੂ ਹੋਇਆ। ਹੋਏ ਕਿਰਪਾਲ ਮਾਤ ਪਿਤ ਨਿਆਈ, ਬਾਰਕ ਜਿਉਂ ਪ੍ਰਤਪਾਰਿਆ। ਜਿਵੇਂ ਮਾਂ ਬਾਪ ਆਪਣੇ ਬੱਚੇ ਨੂੰ ਪਾਲਦੇ ਨੇ, ਇਸੇ ਤਰ੍ਹਾਂ ਪਰਮੇਸ਼ਰ ਨੇ ਕਿਰਪਾ ਕਰਕੇ ਮੈਨੂੰ ਸੰਭਾਲਿਆ। ਉਹਨੇ ਮੇਰੀ ਪ੍ਰਤਪਾਲਣਾ ਕੀਤੀ। ਇਸ ਤਰ੍ਹਾਂ ਉਹਨੇ ਮੈਨੂੰ ਰੱਖ ਲਿਆ। ਜਿਵੇਂ ਮਾਂ ਬਾਪ ਝਿੜਕਦੇ ਵੀ ਨੇ ਤਾਂ ਉਹ ਸਾਡੇ ਭਲੇ ਵਾਸਤੇ ਝਿੜਕਦੇ ਨੇ। ਜੇ ਉਹਨਾਂ ਨੂੰ ਮਾਰਨਾ ਪੈ ਜਾਏ, ਕਿਤੇ ਹੱਥ ਵੀ ਚੱਕਣਾ ਪੈ ਜਾਏ, ਤਾਂ ਉਹ ਵੀ ਸਾਡੇ ਭਲੇ ਹਿੱਤ ਹੁੰਦਾ। ਉਹ ਸਾਨੂੰ ਮਾਰਨ ਵਾਸਤੇ ਨਹੀਂ ਹੁੰਦਾ, ਉਹ ਸਾਨੂੰ ਸਵਾਰਨ ਵਾਸਤੇ ਹੁੰਦਾ। ਇਸ ਲਈ ਗੁਰੂ ਦਾ ਝਿੜਕਣਾ ਉਹ ਸਾਡੇ ਸਵਾਰਨ ਲਈ ਹੀ ਹੈ, ਸਾਡੇ ਭਲੇ ਹਿੱਤ ਹੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰਸਿੱਖ ਰਾਖੇ ਗੁਰ ਗੋਪਾਲ। ਗੁਰੂ ਨੇ ਆਪ ਕਿਰਪਾ ਕਰਕੇ ਹੱਥ ਦੇ ਕੇ ਰੱਖਿਆ। ਉਹਨੇ ਮੈਨੂੰ ਆਪ ਕਿਰਪਾ ਕਰਕੇ ਬਚਾ ਲਿਆ। ਗੁਰੂ ਸਿੱਖਾਂ ਨੂੰ ਗੁਰੂ ਰੱਖ ਹੀ ਲੈਂਦਾ ਹੈ। ਕਾੜ ਲਈਏ ਮਹਾਭਵਜਲ ਤੇ ਆਪਣੀ ਨਦਰ ਨਿਹਾਲ। ਉਹਨੇ ਆਪਣੀ ਨਦਰ ਨਿਹਾਲ ਕਰਕੇ ਮੈਨੂੰ ਭਵ ਸਾਗਰ ਤੋਂ ਬਚਾ ਲਿਆ। ਰਹਾਉ ਜਾ ਕੇ ਸਿਮਰਨ ਜਮ ਤੇ ਛੁੱਟੀ ਹੈ। ਜਿਹਦਾ ਸਿਮਰਨ ਕਰਕੇ ਜਮ ਤੋਂ ਮੁਕਤ ਹੋ ਜਾਈਦਾ। ਜਮ ਤੋਂ ਮੁਕਤ ਹੋ ਜਾਣ ਦਾ ਮਤਲਬ ਕਿ ਜਮ ਦਾ ਡਰ, ਉਸ ਤੋਂ ਮੁਕਤ ਹੋ ਜਾਏਗਾ। ਮੌਤ ਦਾ ਡਰ ਨਹੀਂ ਰਹਿੰਦਾ। ਮੌਤ ਤੋਂ ਲੋਕ ਡਰਦੇ ਨੇ, ਇਸ ਲਈ ਸੁਰੱਖਿਆ ਦਾ ਬੰਦੋਬਸਤ ਕਰਦੇ ਨੇ ਕਿ ਸੁਰੱਖਿਆ ਕਰ ਲਈਏ। ਸਤਿਗੁਰੂ ਕਹਿੰਦੇ ਜਦੋਂ ਉਸ ਵਾਹਿਗੁਰੂ ਨੂੰ ਬੰਦਾ ਸਿਮਰਦਾ ਤਾਂ ਉਹ ਮੌਤ ਤੋਂ ਮੁਕਤ ਹੋ ਜਾਂਦਾ। ਮੌਤ ਦਾ ਕੋਈ ਡਰ ਨਹੀਂ, ਜੰਮ ਦਾ ਕੋਈ ਡਰ ਨਹੀਂ ਰਹਿੰਦਾ। ਜਾ ਕੇ ਸਿਮਰਨ ਜਮ ਤੇ ਛੁੱਟੀਐ, ਹਲਤ ਪਲਤ ਸੁਖ ਪਾਈਐ। ਹਲਤ ਪਲਤ ਲੋਕ ਪਰਲੋਕ ਦਾ ਸੁਖ ਪ੍ਰਾਪਤ ਹੋ ਜਾਂਦਾ। ਸਾਨੂੰ ਸੁਖ ਕਿਉਂ ਨਹੀਂ ਪ੍ਰਾਪਤ ਹੁੰਦਾ? ਕਿਉਂਕਿ ਸਾਡੇ ਮਨ ਅੰਦਰ ਕੋਈ ਨਾ ਕੋਈ ਡਰ ਬਣਿਆ ਰਹਿੰਦਾ। ਸਾਨੂੰ ਡਰ ਸਤਾਉਂਦਾ ਰਹਿੰਦਾ, ਮੌਤ ਦਾ ਡਰ। ਕਿਤੇ ਮੌਤ ਨਾ ਆ ਜਾਏ, ਕਿਤੇ ਬਿਮਾਰੀ ਨਾ ਆ ਜਾਏ, ਕਿਤੇ ਰੋਗ ਨਾ ਕੋਈ ਲੱਗ ਜਾਏ, ਕਿਤੇ ਘਾਟਾ ਨਾ ਪੈ ਜਾਏ। ਸਾਨੂੰ ਇਹ ਡਰ ਸਤਾਉਂਦੇ ਰਹਿੰਦੇ ਨੇ। ਜਦੋਂ ਇਹ ਡਰ ਸਤਾਉਂਦੇ ਨੇ ਤਾਂ ਫਿਰ ਸਾਨੂੰ ਸੁੱਖ ਨਹੀਂ ਮਿਲਦਾ। ਸਤਿਗੁਰੂ ਕਹਿੰਦੇ ਜਦੋਂ ਅਸੀਂ ਗੁਰੂ ਨਾਲ ਜੁੜ ਜਾਂਦੇ ਨਾ, ਗੁਰੂ ਚਰਨਾਂ ਨਾਲ, ਉਹਦੇ ਸਿਮਰਨ ਨੂੰ ਕਰਦੇ ਹਾਂ, ਉਸ ਵਾਹਿਗੁਰੂ ਨੂੰ ਸਿਮਰਦੇ ਹਾਂ, ਤਾਂ ਲੋਕ ਤੇ ਪਰਲੋਕ ਦਾ ਸੁੱਖ ਮਿਲ ਜਾਂਦਾ ਹੈ। ਸਭ ਡਰਾਂ ਤੋਂ ਮੁਕਤ ਹੋ ਜਾਈਦਾ। ਸਾਸ ਗਿਰਾਸ ਜਪੋ ਜਪ ਰਸਨਾ। ਹਰ ਸਾਹ ਨਾਲ ਉਸ ਵਾਹਿਗੁਰੂ ਨੂੰ ਜਪੋ। ਆਪਣੀ ਰਸਨਾ ਨਾਲ, ਹਰ ਸਾਹ ਨਾਲ ਉਸ ਪਰਮੇਸ਼ਰ ਨੂੰ ਧਿਆਵੋ। ਨੀਤ ਨੀਤ ਗੁਣ ਗਾਈਐ। ਨਿਤ ਨਿਤ, ਨੀਤ ਹਰ ਵੇਲੇ। ਸਤਿਗੁਰੂ ਕਹਿੰਦੇ ਹਰ ਵੇਲੇ ਨਿਤ ਪ੍ਰਤੀ ਉਸ ਵਾਹਿਗੁਰੂ ਦੇ ਗੁਣ ਗਾਓ। ਭਗਤ ਪ੍ਰੇਮ ਪਰਮ ਪਦ ਪਾਇਆ। ਉਹਨਾਂ ਨੂੰ ਪਰਮਾਤਮਾ ਦੀ ਪ੍ਰੇਮਾ ਭਗਤੀ ਰਾਹੀਂ ਪਰਮ ਪਦ, ਬਹੁਤ ਉੱਚਾ ਰੁਤਬਾ ਹਾਸਲ ਹੋ ਜਾਂਦਾ ਹੈ। ਬਹੁਤ ਉੱਚਾ ਪਦ, ਪਰਮ ਪਦ ਕਿਵੇਂ ਹਾਸਲ ਹੁੰਦਾ? ਪ੍ਰੇਮ ਭਗਤ ਰਾਹੀਂ। ਕਿੱਥੋਂ ਮਿਲਦਾ? ਸਾਧ ਸੰਗ, ਗੁਰੂ ਦੀ ਸੰਗ, ਸਾਧੂ ਦੇ ਸੰਗ। ਸਿਰਫ ਇਹ ਪਦ ਹੀ ਹਾਸਲ ਨਹੀਂ ਹੁੰਦਾ,
दुख नाठे, दुख भी नट जाते हैं साडे जीवन विचों। भगत प्रेम परम पद पाया, साध संग दुख नाठे। गुरु दे संग जुड़िया सारे दुख नट गए, गुरु दे संग जुड़िया प्रेम भगत हासिल हुई, गुरु दे संग जुड़िया परम पद प्राप्त हो गया। इसलिए गुरु दे दरों ही परम पदवी मिलती है। असीं सब चाहुंदे हां कि परम पदवी मिले। आ जिहड़ियां दुनियावी पदवियां ने, जिन्ने मर्जी वड्डे तो वड्डे अहुदे ने, इन्हां नूं परम नहीं कहा जा सकता। परम मतलब जो सब तो उच्चा, सब तो उच्चा ज्यादा तो ज्यादा किहड़ा अहुदा है साडे सामने? मुख मंत्री दा, प्रधानमंत्री दा, राष्ट्रपति दा, सब तो वड्डे अहुदे तां यही ने साडे देश विच। पर ये भी छोटे ने, ये भी वड्डे नहीं है। परम पद इन्हां तो भी वड्डा है, क्योंकि इन्हां अहुदियां ते बहण वाले लोग भी साधुआं दे चरनां दे विच सिर झुकाउंदे देखे जांदे ने। गुरुआं पीरां दे सिरां चरनां विच अपना सिर रखदे देखे जांदे ने इहो जिहे लोग। इसदा मतलब कि साधुआं दे कोल परम पद है, उन्हां कोल वो पद है जिस पद सामने मंत्री संतरी भी अपना सिर झुकाउंदे ने। गुरु दे दरों मिलदा है ये परम पद, ये उच्चा पद है। अंत काल प्रभ भय सहाई। सतगुरु कहंदे छिजै छिजै ना जाए, किछ भौ ना व्यापै। ये जिहड़ा परम पद है ये छिजदा नहीं, ये खत्म नहीं हुंदा, कमज़ोर नहीं हुंदा। आ जिहड़े दुनियावी पद ने ना मंत्रियों संतरियां दे, एक दिन कमज़ोर हो जाते हैं, कुर्सी डगमगाउण लग जाती, डर लगता है कि किते सरकार ना डिग पवे, किते कुर्सी जाती ना लगे। पर सतगुरु कहते परम पद ये कदे नहीं जाता। छिजै ना जाए, किछ भौ ना व्यापै। ना किछ भौ व्यापदा है, ना किछ डर व्यापदा है। हर धन निर्मल गाठे। जिन्हां ने वाहिगुरू दे नाम धन नूं अपने पल्ले बन लिया, घुट के जिन्हां ने गठ मार ली, सतगुरु कहते उन्हां नूं कोई डर नहीं व्यापदा, किसी तरह की कोई फिक्र नहीं व्यापदी। अंत काल प्रभ भय सहाई। अंत नूं प्रभु आप सहाई हुंदा है, इत उत रखणहारे। वाहिगुरू इत्थे उत्थे हर थां रखणहार है, वो हर थां साडा रखवाला है। प्राण मीत हीत धन मेरा, वो वाहिगुरू मेरे प्राणां दा आसरा, ओही मेरे प्राण, ओही मेरा मित्र, ओही मेरा हीत। हीत मतलब मेरा हितू, मेरा हित करने वाला, ओही। नानक सद बलिहारे। सतगुरु कहते मैं ऐसे सतगुरु तो बलिहार जाना वा, मैं ऐसे सतगुरु तो सदके जावां जिहड़ा मेरा सब कुछ है, मेरे प्राणां दा राखा, मेरे प्राणां दा मालक, मेरी जिंद जान, मेरा मित्र, मेरा सज्जन, मेरा सब कुछ वही। माँ बाप की तरह प्रतिपालना करने वाला, हर थां बचाउण वाला, हर थां रखण वाला, सब दुखों तो मुक्त करने वाला, सुखां दा दाता, वो सिर्फ सतगुरु है, वो सिर्फ गुरु है। इसलिए मैं गुरु तो बलिहार जांदा वां। सतगुरु रहमत करे आपां सब गुरु दे चरनां नाल इसे तरह जुड़ सकीए ते उस तो बार बार सदके जा सकीए। अज साहिब श्री गुरु गोबिंद सिंह साहब महाराज जी दे दूसरे सपुत्र साहिबजादा बाबा जुझार सिंह उन्हां दा जन्म दिहाड़ा। अज दे दिन उन्होंने आनंदपुर साहिब की पावन धरती के उपर माता जीतो जी की कुखों 1690 नूं अज दे दिन उन्होंने जन्म लिया। गुरु गोबिंद सिंह साहब महाराज जी ने अपने पुत्रां नूं बड़ियां प्यारियां ते समाज दे विच किवें विचरना है, किवें इस संसार दे विच विचरीदा है, ऐसी सूझ ऐसी सिक्ख्या बख्शी। सतगुरु जी ने उन्हां दी विद्या दा खास प्रबंध, क्योंकि उस वेले आनंदपुर साहब विद्या दा एक ऐसा सोमा सी कि जिथों दूरों दूरों विद्या लैण वास्ते लोग पहुँचते सन, क्योंकि इत्थे एक तो एक विद्वान, एक तो एक इत्थे शस्त्रां की सिक्ख्या देण वाला, एक तो एक इत्थे घोड़सवारी की सिक्ख्या देण वाला, एक तो एक इत्थे कवि।
ਆਨੰਦਪੁਰ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਯੂਨੀਵਰਸਿਟੀ ਸੀ। ਸ਼ਾਇਦ ਆਨੰਦਪੁਰ ਸਾਹਿਬ ਨੂੰ ਖਾਲੀ ਕਰਾਉਣ ਦਾ ਮੇਨ ਕਾਰਨ ਇਹੀ ਸੀ। ਆਨੰਦਪੁਰ ਸਾਹਿਬ ਨੂੰ ਉਜਾੜਨ ਦਾ, ਉਸ ਨੂੰ ਖਾਲੀ ਕਰਾਉਣ ਦਾ, ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਕਰਨ ਦਾ ਕਾਰਨ ਇਹੀ ਸੀ, ਕਿਉਂਕਿ ਆਨੰਦਪੁਰ ਸਾਹਿਬ ਲੋਕਾਂ ਵਿੱਚ ਜਾਗਰਤੀ ਪੈਦਾ ਕਰ ਰਿਹਾ ਸੀ। ਆਨੰਦਪੁਰ ਸਾਹਿਬ ਭੁੱਲੇ ਭਟਕੇ ਲੋਕਾਂ ਨੂੰ ਸਹੀ ਰਾਹ ਵਿਖਾ ਰਿਹਾ ਸੀ। ਇਸੇ ਕਰਕੇ ਆਨੰਦਪੁਰ ਸਾਹਿਬ ਨੂੰ ਖਾਲੀ ਕਰਨ ਲਈ ਗੁਰੂ ਸਾਹਿਬ ਨੂੰ ਮਜਬੂਰ ਕਰਿਆ ਗਿਆ। ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਇਸ ਆਨੰਦਪੁਰ ਦੀ ਧਰਤੀ ਦੇ ਉੱਤੇ, ਜਿੱਥੇ ਦੁਨਿਆਵੀ ਵਿੱਦਿਆ ਦਿੱਤੀ, ਜਿੱਥੇ ਧਰਮ ਦੀ ਵਿੱਦਿਆ ਦਿੱਤੀ, ਉੱਥੇ ਸਤਿਗੁਰੂ ਨੇ ਨਾਲ ਉਹਨਾਂ ਨੂੰ ਸ਼ਸਤਰ ਵਿੱਦਿਆ ਵੀ ਬਖਸ਼ੀ। ਸਤਿਗੁਰੂ ਜੀ ਦਾ ਸੁਪੁੱਤਰ ਬਾਬਾ ਜੁਝਾਰ ਸਿੰਘ 13 ਕੁ ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਜਾਂਦੇ ਰਹੇ। ਸਾਹਿਬਜ਼ਾਦਾ ਅਜੀਤ ਸਿੰਘ ਜਾਂਦੇ ਤਾਂ ਗੁਰੂ ਸਾਹਿਬ ਜੁਝਾਰ ਸਿੰਘ ਜੀ ਨੂੰ ਵੀ ਨਾਲ ਲੈ ਕੇ ਜਾਂਦੇ ਸ਼ਿਕਾਰ ਖੇਡਣ ਵਾਸਤੇ। 12-13 ਕੁ ਸਾਲ ਦਾ, ਜਿਹਨੂੰ ਆਪਾਂ ਕਹਿੰਦੇ ਕਿ ਬੱਚਾ, ਕਿ ਇਸ ਉਮਰ ਦੇ ਵਿੱਚ ਹਾਲੇ ਜਵਾਨੀ ਵੱਲ ਨੂੰ ਉਹ ਵੱਧ ਰਹੇ ਨੇ, ਤਾਂ ਸਤਿਗੁਰੂ ਜੀ ਉਹਨਾਂ ਨੂੰ ਆਪ ਲੈ ਕੇ ਜਾਂਦੇ ਨਾਲ ਤੇ ਉਹਨਾਂ ਨੂੰ ਵਿਖਾਉਂਦੇ ਕਿ ਕਿਵੇਂ ਸ਼ਿਕਾਰ ਕਰੀਦਾ, ਕਿਵੇਂ ਸ਼ਸਤਰ ਵਿੱਦਿਆ ਦਾ ਇਸਤੇਮਾਲ ਕਰੀਦਾ। ਗੁਰੂ ਸਾਹਿਬ ਨੇ ਆਪਣੇ ਸੁਪੁੱਤਰ ਨੂੰ ਇਸ ਤਰ੍ਹਾਂ ਉਹਨਾਂ ਨੂੰ ਹਰ ਤਰ੍ਹਾਂ ਨਾਲ ਟ੍ਰੇਨ ਕੀਤਾ ਤੇ ਉਹਨਾਂ ਦੇ ਸੁਪੁੱਤਰਾਂ ਨੇ ਐਵੇਂ ਥੋੜ੍ਹੀ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਕਿ ਆਪ ਆਪਣੇ ਪਿਤਾ ਨੂੰ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਨੂੰ ਮੈਦਾਨੇ ਜੰਗ ਵਿੱਚ ਜਾਣ ਦੀ ਇਜਾਜ਼ਤ ਦਿਓ। ਤੇ ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਜੰਗ ਦੇ ਵਿੱਚ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਸਤਿਗੁਰੂ ਰਹਿਮਤ ਕਰੇ। ਉਹਨਾਂ ਦੇ ਜਨਮ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਹੋਈਆਂ ਭੁੱਲਾਂ ਦੀ ਖਿਮਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।